ਦੇਵਲੂਤ ਰਾਖਸ਼ ਦਾ ਉਦਾਰ ਕਰਕੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਨੂੰ ਤੁਰ ਪਏ ਤਾਂ ਰਾਸਤੇ ਵਿੱਚ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਾ ਫਲ ਖਾ ਕੇ ਰੱਜ ਗਿਆ ਹੈ ਕਿ ਨਹੀਂ? ਮਰਦਾਨੇ ਕਿਹਾ, ਗੁਰੂ ਜੀ ਮੈਨੂੰ ਤੁਸਾਂ ਰਾਖਸ਼ਾਂ ਪਾਸੋਂ ਮਰਦੇ ਮਰਦੇ ਨੂੰ ਬਚਾ ਲਿਆ ਹੈ। ਤੁਸੀਂ ਬੜੀ ਕਿਰਪਾ ਕੀਤੀ ਹੈ। ਜਦੋਂ ਮੈਨੂੰ ਭੁੱਖ ਸਤਾਉਂਦੀ ਹੈ ਤਾਂ ਮੈਂ ਅਯੋਗ ਗੱਲਾਂ ਵੀ ਤੁਹਾਨੂੰ ਆਖ ਦਿੰਦਾ ਹਾਂ, ਜਿਸ ਦਾ ਫਲ ਮੈਂ ਦੁੱਖ ਪਾ ਕੇ ਭੋਗਦਾ ਹਾਂ। ਗੁਰੂ ਜੀ ਨੇ ਹੱਸ ਕੇ ਕਿਹਾ, ਮਰਦਾਨਾ ਤੇਰੇ ਉੱਪਰ ਅਸੀਂ ਸਦਾ ਹੀ ਪ੍ਰਸੰਨ ਹਾਂ। ਤੇਰੀਆਂ ਗੱਲਾਂ ਸੁਣ ਕੇ ਸਾਨੂੰ ਪ੍ਰਸੰਨਤਾ ਹੁੰਦੀ ਹੈ, ਤੂੰ ਕੋਈ ਚਿੰਤਾ ਨਾ ਕਰ। ਇਸ ਤਰ੍ਹਾਂ ਜਦ ਕਈ ਦਿਨ ਉਜਾੜ ਵਿੱਚ ਤੁਰਦੇ ਗਏ, ਰਾਸਤੇ ਵਿੱਚ ਕੋਈ ਪਿੰਡ ਨਾ ਆਇਆ ਤਾਂ ਮਰਦਾਨੇ ਨੇ ਕਿਹਾ, ਕੋਈ ਪਿੰਡ ਵੀ ਆਵੇਗਾ ਕਿ ਨਹੀਂ? ਕਈ ਦਿਨ ਬੀਤ ਗਏ ਹਨ, ਨਿਰਾ ਰਥ ਤੁਰੇ ਹੀ ਜਾ ਰਹੇ ਹੋ, ਤੁਹਾਡੇ ਕੰਮਾਂ ਦੀ ਕੋਈ ਸਮਝ ਨਹੀਂ ਆਉਂਦੀ। ਗੁਰੂ ਜੀ ਨੇ ਹੱਸ ਕੇ ਕਿਹਾ, ਤੈਨੂੰ ਭੁੱਖ ਲੱਗੀ ਜਾਪਦੀ ਹੈ, ਜਿਸ ਕਰਕੇ ਪਿੰਡ ਪੁੱਛ ਰਿਹਾ ਹੈ। ਮਰਦਾਨੇ ਨੇ ਕਿਹਾ, ਭੁੱਖ ਲੱਗੀ ਤਾਂ ਜ਼ਰੂਰ ਹੈ, ਪਰ ਤੁਹਾਡੇ ਪਾਸ ਕਿਹੜਾ ਭੋਜਨ ਤਿਆਰ ਹੈ ਜਿਹੜਾ ਪਰੋਸ ਕੇ ਮੇਰੇ ਅੱਗੇ ਰੱਖ ਦਿਓਗੇ? ਮੇਰੀ ਕਿਸੇ ਦਿਨ ਉਜਾੜ ਵਿੱਚ ਹੀ ਮੌਤ ਹੋ ਜਾਣੀ ਹੈ। ਖਾਣ ਤੋਂ ਬਿਨਾਂ ਪ੍ਰਾਣ ਕਿਸ ਤਰ੍ਹਾਂ ਬਚ ਸਕਦੇ ਹਨ? ਤੁਹਾਨੂੰ ਤਾਂ ਭੁੱਖ ਤੇ ਨਹੀਂ ਲੱਗਦੀ, ਸਦਾ ਆਨੰਦ ਹੀ ਰਹਿੰਦੇ ਹੋ, ਪਰ ਮੈਂ ਭੁੱਖ ਨਾਲ ਦੁਖੀ ਹਾਂ। ਗੁਰੂ ਜੀ ਨੇ ਕਿਹਾ, ਮਰਦਾਨਾ ਕਾਲੇ ਨਾ ਪਓ, ਜੇ ਤੂੰ ਭੁੱਖ ਨਾਲ ਮਰ ਜਾਏਗਾ ਤਾਂ ਅਸੀਂ ਤੇਰੀ ਜ਼ਿੰਮੇਵਾਰੀ ਲੈਂਦੇ ਹਾਂ, ਤੈਨੂੰ ਮਰਨ ਨਹੀਂ ਦਿਆਂਗੇ। ਉਦਾਸ ਨਾ ਹੋ, ਹੁਣ ਪਿੰਡ ਨੇੜੇ ਹੀ ਆ ਗਿਆ ਹੈ, ਜੋ ਮਨ ਕਰੇ ਰੱਜ ਕੇ ਖਾ ਲਵੀਂ। ਇੰਨੇ ਨੂੰ ਇੱਕ ਸੁੰਦਰ ਨਗਰ ਆ ਗਿਆ, ਜਿਸ ਦੀ ਸ਼ੋਭਾ ਨੂੰ ਵੇਖ ਕੇ ਇੰਦਰਪੁਰੀ ਵੀ ਮਾਤ ਪੈ ਜਾਂਦੀ ਸੀ। ਉਸ ਦੇ ਚਾਰੇ ਪਾਸੇ ਬਾਗ ਲੱਗੇ ਹੋਏ ਸਨ, ਫੁੱਲਾਂ ਦੀਆਂ ਬਗੀਚੀਆਂ ਮਨ ਨੂੰ ਮੋਹ ਰਹੀਆਂ ਸਨ। ਉਸ ਦੇ ਵਿੱਚ ਇੱਕ ਬੜਾ ਸੁੰਦਰ ਸੋਨੇ ਦਾ ਮੰਦਰ ਸੀ, ਜਿਸ ਵਿੱਚ ਨਾਨਾ ਪ੍ਰਕਾਰ ਦੇ ਰੰਗ ਬਰੰਗੇ ਨਗ ਲੱਗੇ ਹੋਏ ਸ਼ੋਭ ਰਹੇ ਸਨ। ਉੱਚੀ ਅਟਾਰੀ ਦਾ ਮਨਮੋਹਣਾ ਕਲਸ਼, ਦਰਵਾਜ਼ਿਆਂ ਤੇ ਫੁੱਲ ਪੱਤੇ ਲਟਕ ਰਹੇ ਸਨ। ਚੰਦਨ ਦੇ ਦਰਵਾਜ਼ੇ ਬੜੀ ਸਜਾਵਟ ਕਰ ਰਹੇ ਸਨ। ਮੰਦਰ ਵਿੱਚ ਜਗਮਗ ਜਗਮਗ ਹੋ ਰਹੀ ਸੀ। ਇਸ ਨਗਰ ਦੇ ਬਾਹਰ ਹੀ ਗੁਰੂ ਜੀ ਬੈਠ ਗਏ ਅਤੇ ਮਰਦਾਨੇ ਨੂੰ ਕਿਹਾ ਕਿ ਜਾਓ ਨਗਰ ਵਿੱਚੋਂ ਭੋਜਨ ਖਾਓ। ਮਰਦਾਨੇ ਨੇ ਕਿਹਾ, ਮੇਰੇ ਪੱਲੇ ਤਾਂ ਇੱਕ ਕੌਡੀ ਵੀ ਨਹੀਂ, ਮੈਂ ਨਗਰ ਵਿੱਚ ਜਾ ਕੇ ਕੀ ਖਾਵਾਂ? ਗੁਰੂ ਜੀ ਨੇ ਹੱਸ ਕੇ ਕਿਹਾ, ਮਰਦਾਨਾ ਸਾਰਾ ਨਗਰ ਹੀ ਤੇਰੇ ਸੁਪੁਰਦ ਹੈ, ਜੋ ਮਰਜ਼ੀ ਹੈ ਜਿੱਥੋਂ ਜੀ ਕਰਕੇ ਖਾ ਲਓ। ਜੇ ਤੈਨੂੰ ਕੋਈ ਕੁਝ ਆਖੇਗਾ ਤਾਂ ਉਸ ਅੱਗੇ ਸਾਡਾ ਨਾਮ ਲੈ ਦੇਣਾ। ਗੁਰੂ ਜੀ ਦਾ ਇਹ ਬਚਨ ਸੁਣ ਕੇ ਮਰਦਾਨਾ ਖੁਸ਼ ਹੋ ਗਿਆ। ਸ਼ਹਿਰ ਵਿੱਚ ਜਾ ਕੇ ਸਜੀਆਂ ਹੋਈਆਂ ਦੁਕਾਨਾਂ ਤੇ ਬਾਜ਼ਾਰ ਵੇਖ ਕੇ ਇੱਕ ਦੁਕਾਨ ਕੜਾਹ ਪੂੜੀ ਵਾਲੀ ਉੱਤੇ ਖੜਾ ਹੋ ਕੇ ਇੱਕ ਮਨੁੱਖ ਨੂੰ ਪੁੱਛਿਆ ਕਿ ਇਸ ਨਗਰ ਦਾ ਅਤੇ ਨਗਰ ਦੇ ਰਾਜੇ ਦਾ ਨਾਮ ਕੀ ਹੈ, ਇੱਥੋਂ ਦਾ ਵਰਤਾਰਾ ਕੀ ਹੈ? ਉਸਨੇ ਦੱਸਿਆ, ਨਗਰ ਦਾ ਨਾਮ ਸਰਨਪੁਰ ਹੈ ਅਤੇ ਰਾਜੇ ਦਾ ਨਾਮ ਕਵਲ ਨੈਨ ਹੈ। ਵਰਤਾਰਾ ਇਹ ਹੈ ਕਿ ਇੱਥੇ ਕੋਈ ਚੀਜ਼ ਦਾ ਮੁੱਲ ਨਹੀਂ ਲਿਆ ਜਾਂਦਾ, ਜੋ ਚਾਹੇ ਲੈ ਕੇ ਖਾ ਲਵੇ। ਸਭ ਪਦਾਰਥ ਧਰਮ ਅਰਥ ਹੀ ਮਿਲਦੇ ਹਨ। ਮਰਦਾਨੇ ਨੇ ਖੁਸ਼ ਹੋ ਕੇ ਪੁੱਛਿਆ, ਤੇਰਾ ਨਾਮ ਕੀ ਹੈ? ਉਸਨੇ ਕਿਹਾ, ਮੇਰਾ ਨਾਮ ਧਰਮ ਸਿੰਘ ਹੈ, ਤੁਸੀਂ ਜੋ ਖਾਣਾ ਚਾਹੋ ਖਾ ਲਵੋ। ਧਰਮ ਸਿੰਘ ਨੇ ਕਿਹਾ, ਤੁਹਾਡਾ ਕੋਈ ਹੋਰ ਵੀ ਸਾਥੀ ਹੈ? ਮਰਦਾਨੇ ਨੇ ਕਿਹਾ, ਮੇਰੇ 2 ਸਾਥੀ ਹੋਰ ਹਨ, ਪਰ ਉਹ ਖਾਂਦੇ ਕੁਝ ਨਹੀਂ, ਜੇ ਤੁਸੀਂ ਆਪ ਜਾ ਕੇ ਦਵੋਗੇ ਤਾਂ ਖਾ ਲੈਣਗੇ। ਧਰਮ ਸਿੰਘ ਨੇ ਇੱਕ ਦੁਕਾਨ ਤੋਂ 2.5 ਸੇਰ ਭੋਜਨ ਲੈ ਕੇ ਮਰਦਾਨੇ ਨੂੰ ਦਿੱਤਾ। ਮਰਦਾਨਾ ਚੰਗੀ ਤਰ੍ਹਾਂ ਰੱਜ ਕੇ ਸ਼ਹਿਰ ਵੇਖਣ ਚਲਿਆ ਗਿਆ ਅਤੇ ਸ਼ਹਿਰ ਵੇਖ ਕੇ ਕੁਝ ਚਿਰ ਪਿੱਛੋਂ ਗੁਰੂ ਜੀ ਪਾਸ ਆਣ ਕੇ ਬੜਾ ਖੁਸ਼ ਹੋ ਕੇ ਕਹਿਣ ਲੱਗਾ, ਮਹਾਰਾਜ ਐਸਾ ਸ਼ਹਿਰ ਤਾਂ ਅਸਾਂ ਕਦੇ ਵੇਖਿਆ ਹੀ ਨਹੀਂ। ਇੱਥੇ ਸਭ ਮਠਿਆਈਆਂ ਤੇ ਲੁੱਚੀ ਪੂੜੀ ਆਦਿਕ ਮੁਫਤ ਖਾਣ ਨੂੰ ਮਿਲਦੀਆਂ ਹਨ। ਮੈਨੂੰ ਇੱਕ ਆਦਮੀ ਨੇ ਆਖਿਆ ਸੀ ਕਿ ਆਪਣੇ ਸਾਥੀਆਂ ਵਾਸਤੇ ਵੀ ਲੈ ਜਾ, ਪਰ ਮੈਂ ਕਿਹਾ ਉਹ ਖਾਂਦੇ ਨਹੀਂ, ਇਸ ਕਰਕੇ ਕੁਝ ਨਹੀਂ ਲਿਆਂਦਾ। ਮੈਂ ਬੜਾ ਰੱਜ ਕੇ ਖਾਧਾ ਸੀ ਤੇ ਫਿਰ ਸ਼ਹਿਰ ਵੇਖ ਕੇ ਤੁਹਾਡੇ ਪਾਸ ਆਇਆ ਹਾਂ। ਗੁਰੂ ਜੀ ਨੇ ਕਿਹਾ, ਚੰਗਾ ਹੋਇਆ, ਤੇਰੇ ਮਨ ਭਾਉਂਦਾ ਸਭ ਕੁਝ ਤੈਨੂੰ ਮਿਲ ਗਿਆ। ਮਰਦਾਨਾ ਬੈਠ ਕੇ ਕਹਿਣ ਲੱਗਾ, ਗੁਰੂ ਜੀ ਇਸ ਸ਼ਹਿਰ ਦੇ ਲੋਕ ਕਾਰ ਵਿਹਾਰ ਕੀ ਕਰਦੇ ਹਨ? ਇਹਨਾਂ ਪਾਸ ਸਭ ਅਮੋਲਕ ਪਦਾਰਥ ਹਨ ਅਤੇ ਰਾਤ ਦਿਨ ਹੱਸਦੇ ਖੇਡਦੇ ਰਹਿੰਦੇ ਹਨ। ਗੁਰੂ ਜੀ ਨੇ ਕਿਹਾ, ਮਰਦਾਨਾ ਇਸ ਨਗਰ ਦੇ ਲੋਕ ਝੂਠ ਨਹੀਂ ਬੋਲਦੇ, ਬੜੇ ਸਤਸੰਗੀ ਹਨ ਤੇ ਪਾਪ ਕੋਈ ਨਹੀਂ ਕਰਦਾ। ਕੋਈ ਇਸਤਰੀ ਪੁਰਸ਼ ਅਤੇ ਸਰੀਰ ਨਾਲ ਭੋਗ ਨਹੀਂ ਕਰਦਾ, ਕੇਵਲ ਅੱਖਾਂ ਦੀ ਤੱਕਣੀ ਮਾਤਰ ਹੀ ਭੋਗ ਕਰਦੇ ਹਨ। ਇੱਥੋਂ ਦਾ ਰਾਜਾ ਬੜਾ ਧਰਮਾਤਮਾ ਹੈ, 17 ਰਾਜੇ ਇਸ ਦੇ ਅਧੀਨ ਹਨ। ਮਰਦਾਨੇ ਨੇ ਕਿਹਾ, ਜੀ ਇਹ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਤੁਸਾਂ ਸੁਣਾਈਆਂ ਹਨ, ਜਿਹੜੀਆਂ ਕਿ ਪਹਿਲਾਂ ਕਿਤੇ ਵੇਖੀਆਂ ਸੁਣੀਆਂ ਨਹੀਂ ਹਨ। ਇੱਥੇ ਜ਼ਰੂਰ ਠਹਿਰਨਾ ਚਾਹੀਦਾ ਹੈ। ਜਗ੍ਹਾ ਬੜੀ ਸੁੰਦਰ ਹੈ ਤੇ ਬਣੇ ਬਣਾਏ ਭੋਜਨ ਖਾਣ ਨੂੰ ਮਿਲਦੇ ਹਨ। ਗੁਰੂ ਜੀ ਨੇ ਕਿਹਾ, ਇਹ ਗੱਲ ਸਾਡੇ ਵੱਸ ਨਹੀਂ ਹੈ, ਜਿੱਧਰ ਕਰਤਾਰ ਲਿਜਾਏਗਾ ਉੱਧਰ ਹੀ ਜਾਵਾਂਗੇ। 7 ਦਿਨ ਗੁਰੂ ਜੀ ਇੱਥੇ ਹੀ ਬੈਠੇ ਰਹੇ ਤੇ ਮਰਦਾਨਾ ਸ਼ਹਿਰ ਵਿੱਚ ਜਾ ਕੇ 2 ਵੇਲੇ ਭੋਜਨ ਛਕ ਕੇ
ਖੁਸ਼ੀਆਂ ਮਨਾਉਂਦਾ ਰਿਹਾ। ਇੱਕ ਦਿਨ ਮਰਦਾਨੇ ਨੂੰ ਫੇਰ ਧਰਮ ਸਿੰਘ ਮਿਲ ਪਿਆ। ਉਸਨੇ ਪੁੱਛਿਆ ਕਿ ਤੇਰੇ ਦੋ ਸਾਥੀ ਸ਼ਹਿਰ ਵਿੱਚ ਤੇਰੇ ਨਾਲ ਕਦੇ ਨਹੀਂ ਵੇਖੇ, ਉਹ ਭੋਜਨ ਕਿੱਥੋਂ ਛਕਦੇ ਹਨ? ਮਰਦਾਨੇ ਨੇ ਕਿਹਾ, ਉਹ ਸੰਤੋਖੀ ਹਨ, ਸ਼ਹਿਰ ਵਿੱਚ ਨਹੀਂ ਆਉਂਦੇ। ਜੇ ਕੋਈ ਪ੍ਰੇਮ ਨਾਲ ਭੋਜਨ ਲੈ ਜਾਵੇ ਤਾਂ ਛਕ ਲੈਂਦੇ ਹਨ। ਧਰਮ ਸਿੰਘ ਦਰਸ਼ਨ ਕਰਨ ਦੇ ਬਹਾਨੇ ਭੋਜਨ ਲੈ ਕੇ ਗੁਰੂ ਜੀ ਪਾਸ ਪਹੁੰਚ ਗਿਆ। ਗੁਰੂ ਜੀ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਕਿ ਭੋਜਨ ਛਕਣਾ ਕਰੋ। ਗੁਰੂ ਜੀ ਨੇ ਧਰਮ ਸਿੰਘ ਨੂੰ ਵੇਖ ਕੇ ਆਖਿਆ, ਇਹ ਭੋਜਨ ਕਿਸ ਨੇ ਭੇਜਿਆ ਹੈ ਤੇ ਤੂੰ ਕੌਣ ਹੈ? ਧਰਮ ਸਿੰਘ ਨੇ ਕਿਹਾ, ਮੈਨੂੰ ਮਰਦਾਨੇ ਤੋਂ ਪਤਾ ਲੱਗਾ ਸੀ ਕਿ ਤੁਸੀਂ 7 ਦਿਨਾਂ ਤੋਂ ਇੱਥੇ ਨਿਰਆਹਾਰ ਹੀ ਬੈਠੇ ਹੋ। ਤੁਸੀਂ ਸ਼ਹਿਰ ਵਿੱਚ ਭੋਜਨ ਛਕਣ ਨਹੀਂ ਜਾਂਦੇ, ਇਸ ਵਾਸਤੇ ਭੋਜਨ ਲੈ ਕੇ ਮੈਂ ਹਾਜ਼ਰ ਹੋਇਆ ਹਾਂ, ਤੁਸੀਂ ਛਕ ਲਵੋ। ਇੱਥੋਂ ਦਾ ਰਾਜਾ ਕਵਲ ਨੈਣ ਬੜਾ ਧਰਮਾਤਮਾ ਹੈ, ਕਿਸੇ ਨੂੰ ਕੋਈ ਦੁੱਖ ਨਹੀਂ ਦਿੰਦਾ। 17 ਰਾਜੇ ਹੋਰ ਇਸ ਦੀ ਆਨ ਮੰਨਦੇ ਹਨ, ਆਪਣੇ ਸਮਾਨ ਹੀ ਸਭ ਨੂੰ ਜਾਣਦਾ ਹੈ। ਗੁਰੂ ਜੀ ਨੇ ਕਿਹਾ, ਤੇਰੀ ਗੱਲ ਸਾਨੂੰ ਠੀਕ ਨਹੀਂ ਜਾਪਦੀ, ਸਾਨੂੰ ਰਾਜੇ ਵਿੱਚ ਦੋਸ਼ ਜਾਪਦਾ ਹੈ। ਇਸ ਕਰਕੇ ਅਸੀਂ ਇਹ ਭੋਜਨ ਨਹੀਂ ਛਕਾਂਗੇ, ਕਿਉਂਕਿ ਅਸੀਂ ਭੋਜਨ ਉੱਥੇ ਛਕਦੇ ਹਾਂ ਜਿੱਥੇ ਕੋਈ ਦੋਸ਼ ਨਾ ਹੋਵੇ, ਉਹ ਭੋਜਨ ਪਵਿੱਤਰ ਹੁੰਦਾ ਹੈ। ਧਰਮ ਸਿੰਘ ਨੇ ਕਿਹਾ, ਸਾਡਾ ਰਾਜਾ ਨਿਰਦੋਸ਼ ਹੈ, ਪਰ ਜੇਕਰ ਉਸ ਵਿੱਚ ਕੋਈ ਦੋਸ਼ ਹੈ ਤਾਂ ਦੱਸੋ। ਗੁਰੂ ਜੀ ਨੇ ਕਿਹਾ, ਜਿਸ ਵਿੱਚ ਦੋਸ਼ ਹੋਵੇ ਉਹੀ ਜਾਣ ਸਕਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਇਹ ਬਚਨ ਸੁਣ ਕੇ ਧਰਮ ਸਿੰਘ ਨੇ ਰਾਜਾ ਕਵਲ ਨੈਣ ਪਾਸ ਜਾ ਕੇ ਸਾਰੀ ਗੱਲ ਸੁਣਾਈ। ਰਾਜਾ ਸੋਚੀ ਪੈ ਕੇ ਬਹੁਤ ਭੇਟਾ ਲੈ ਕੇ ਮੰਤਰੀਆਂ ਸਹਿਤ ਗੁਰੂ ਜੀ ਪਾਸ ਹਾਜ਼ਰ ਹੋਇਆ ਤੇ ਪੁੱਛਿਆ, ਮਹਾਰਾਜ ਮੇਰੇ ਵਿੱਚ ਕੀ ਦੋਸ਼ ਹੈ? ਗੁਰੂ ਜੀ ਨੇ ਕਿਹਾ, ਰਾਜਾ ਜੇ ਤੂੰ ਸਭ ਨੂੰ ਆਪਣੇ ਸਮਾਨ ਸਮਝਦਾ ਹੈ, ਫਿਰ 17 ਰਾਜਿਆਂ ਪਾਸੋਂ ਆਪਣਾ ਹੁਕਮ ਕਿਉਂ ਮਨਾਉਂਦਾ ਹੈ? ਜਿਸ ਦਾ ਮਤਲਬ ਇਹ ਹੈ ਕਿ ਤੂੰ ਉਹਨਾਂ ਨੂੰ ਨੀਵਾਂ ਤੇ ਆਪ ਨੂੰ ਉੱਚਾ ਸਮਝਦਾ ਹੈ। ਅਜੇ ਤੇਰੇ ਮਨ ਦਾ ਹੰਕਾਰ ਦੂਰ ਨਹੀਂ ਹੋਇਆ, ਜੋ ਜਨਮ ਮਰਨ ਦਾ ਕਾਰਨ ਹੈ, ਜਿਸ ਨੇ ਸਾਰੇ ਸੰਸਾਰ ਨੂੰ ਗਰਸਿਆ ਹੋਇਆ ਹੈ। ਕੋਈ ਸੂਰਮਾ ਹੈ ਜਿਸ ਨੇ ਹੰਕਾਰ ਨੂੰ ਮਾਰਿਆ ਹੈ? ਰਾਜੇ ਨੇ ਕਿਹਾ, ਗੁਰੂ ਜੀ ਮੈਂ ਕਿਸੇ ਤੋਂ ਆਨ ਨਹੀਂ ਮਨਾਉਂਦਾ, ਉਹ ਆਪ ਹੀ ਮੰਨਦੇ ਹਨ। ਜੇ ਤੁਸੀਂ ਇਸ ਨੂੰ ਵੀ ਮੇਰਾ ਹੰਕਾਰ ਸਮਝਦੇ ਹੋ ਤਾਂ ਕਿਰਪਾ ਕਰਕੇ ਇਸ ਨੂੰ ਦੂਰ ਕਰ ਦਿਓ। ਗੁਰੂ ਜੀ ਨੇ ਕਿਹਾ, ਜੇ ਤੂੰ ਇਸ ਨੂੰ ਦੂਰ ਕਰਨਾ ਚਾਹੁੰਦਾ ਹੈ ਤਾਂ ਰਾਜਾ ਸੁਦਰਸੈਨ ਦੀ ਆਨ ਮੰਨ ਲੈ, ਫਿਰ ਤੈਨੂੰ ਅਸੀਂ ਨਿਰਦੋਸ਼ ਸਮਝਾਂਗੇ। ਗੁਰੂ ਜੀ ਦੇ ਇਹ ਵਾਕ ਸੁਣ ਕੇ ਰਾਜਾ ਕਵਲ ਨੈਣ ਨੇ ਕਿਹਾ, ਮਹਾਰਾਜ ਜੇ ਤੁਸੀਂ ਹੁਕਮ ਕਰੋ ਤਾਂ ਮੈਂ ਸੁਦਰਸੈਨ ਦੇ ਕੁੱਤਿਆਂ ਦੇ ਵੀ ਪੈਰੀ ਪੈ ਜਾਵਾਂ। ਰਾਜੇ ਦੀ ਨਿਮਰਤਾ ਵੇਖ ਕੇ ਗੁਰੂ ਜੀ ਨੇ ਕਿਹਾ, ਰਾਜਾ ਤੂੰ ਧੰਨ ਹੈ, ਤੇਰੀ ਵਡਿਆਈ ਜਨਕ ਰਾਜੇ ਵਰਗੀ ਹੈ, ਜੋ ਤੂੰ ਉਸ ਦੀ ਸੇਵਾ ਕਰਕੇ ਪ੍ਰਾਪਤ ਕੀਤੀ ਹੈ। ਕਵਲ ਨੈਣ ਨੇ ਕਿਹਾ, ਜੇ ਜਨਕ ਰਾਜੇ ਦੀ ਸੇਵਾ ਕਰਕੇ ਉਸ ਤੋਂ ਵਡਿਆਈ ਮੈਂ ਕਿਸ ਤਰ੍ਹਾਂ ਪਾਈ ਹੈ, ਕਿਰਪਾ ਕਰਕੇ ਇਹ ਵਾਰਤਾ ਮੈਨੂੰ ਦੱਸੋ। ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਬੋਲੇ, ਰਾਜੇ ਜਨਕ ਦੇ ਸਮੇਂ ਤੂੰ ਉਸ ਦਾ ਇੱਕ ਸੇਵਾਦਾਰ ਸੀ, ਤੇਰਾ ਨਾਮ ਸਫਾ ਚੰਦ ਸੀ। ਇੱਕ ਦਿਨ ਰਾਜੇ ਨੇ ਪਰਬਤ ਦੇ ਕਿਨਾਰੇ ਹੇਠਾਂ ਠੰਡਾ ਪਾਣੀ ਲੈਣ ਵਾਸਤੇ ਭੇਜਿਆ। ਰਸਤੇ ਵਿੱਚ ਤੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਮੈਂ ਰਾਜਾ ਹੁੰਦਾ ਤਾਂ ਇਸ ਤਰ੍ਹਾਂ ਹੀ ਹੁਕਮ ਕਰਦਾ। ਤੂੰ ਜਦ ਵਾਪਸ ਆਣ ਕੇ ਪਾਣੀ ਰਾਜੇ ਨੂੰ ਦੇ ਦਿੱਤਾ ਤਾਂ ਉਸਨੇ ਪਾਣੀ ਪੀ ਕੇ ਪ੍ਰਸੰਨ ਹੋ ਕੇ ਤੈਨੂੰ ਕਿਹਾ, ਜੋ ਤੇਰੀ ਇੱਛਾ ਹੈ ਤੂੰ ਮੰਗ ਲੈ, ਮੈਂ ਤੁਰੰਤ ਪੂਰੀ ਕਰਾਂਗਾ। ਤੂੰ ਕਿਹਾ, ਜੀ ਮੈਨੂੰ ਕੋਈ ਇੱਛਾ ਨਹੀਂ ਹੈ। ਰਾਜਾ ਜਨਕ ਅੰਤਰਜਾਮੀ ਸੀ, ਉਸਨੇ ਤੇਰੇ ਅੰਦਰ ਦੀ ਗੱਲ ਜਾਣ ਕੇ ਆਖਿਆ, ਤੂੰ ਤਾਂ ਪਹਿਲਾਂ ਹੀ ਮੰਗ ਲਈ ਹੈ, ਹੁਣ ਸ਼ਰਮ ਕਿਉਂ ਕਰਦਾ ਹੈ? ਜਦੋਂ ਰਾਸਤੇ ਵਿੱਚ ਵਿਚਾਰ ਫੁਰੀ ਸੀ ਤਦੋਂ ਹੀ ਤੂੰ ਮੰਗ ਲਈ ਸੀ, ਇਸ ਕਰਕੇ ਤੂੰ ਮੇਰੇ ਨਾਲੋਂ ਵੀ ਵੱਡਾ ਰਾਜਾ ਹੋਵੇਂਗਾ। ਜਨਕ ਦੀ ਇਹ ਵਰ ਪ੍ਰਾਪਤੀ ਦੀ ਗੱਲ ਸੁਣ ਕੇ ਤੂੰ ਬੇਨਤੀ ਕੀਤੀ ਕਿ ਮਹਾਰਾਜ ਰਾਜ ਤਾਂ ਮਿਲ ਜਾਊ, ਪਰ ਆਤਮ ਗਿਆਨ ਜਿਸ ਵਾਸਤੇ ਮੈਂ ਤੁਹਾਡੀ ਸੇਵਾ ਕੀਤੀ ਹੈ ਉਸ ਤੋਂ ਖਾਲੀ ਰਹਿ ਗਿਆ। ਤੇਰੀ ਇਹ ਇੱਛਾ ਸੁਣ ਕੇ ਜਨਕ ਨੇ ਕਿਹਾ, ਕਲਯੁਗ ਵਿੱਚ ਤੈਨੂੰ ਇੱਕ ਪੂਰਨ ਗੁਰੂ ਮਿਲੇਗਾ, ਉਹਨਾਂ ਤੋਂ ਤੂੰ ਆਤਮ ਗਿਆਨ ਪਾਵੇਂਗਾ। ਇਹ ਆਪਣੇ ਪਿਛਲੇ ਜਨਮ ਦਾ ਪ੍ਰਸੰਗ ਸੁਣ ਕੇ ਕਵਲ ਨੈਣ ਬੜਾ ਪ੍ਰਸੰਨ ਹੋਇਆ। ਗੁਰੂ ਜੀ ਦੇ ਚਰਨਾਂ ਤੇ ਪੈ ਕੇ ਆਖਣ ਲੱਗਾ, ਤੁਹਾਡੇ ਤੋਂ ਚੰਗਾ ਹੋਰ ਕਿਹੜਾ ਪੂਰਾ ਗੁਰੂ ਮੈਨੂੰ ਮਿਲੂਗਾ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਹਉਮੈ ਦਾ ਦੁੱਖ ਦੂਰ ਹੋ ਗਿਆ ਹੈ। ਉਪਰੰਤ ਕਵਲ ਨੈਣ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਸਵਰਨ ਮੰਦਰਾਂ ਵਿੱਚ ਲੈ ਗਿਆ ਤੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੇਵਾ ਕਰਕੇ ਨਿਹਾਲ ਹੋਇਆ। ਗੁਰੂ ਜੀ ਨੇ ਕੁਝ ਦਿਨ ਉੱਥੇ ਨਿਵਾਸ ਕਰਕੇ ਰਾਜੇ ਨੂੰ ਆਤਮ ਗਿਆਨ ਦਾ ਉਪਦੇਸ਼ ਦੇ ਕੇ ਸਰਬ ਰੂਪਾਂ ਵਿੱਚ ਇੱਕ ਰੂਪ ਨਿਸ਼ਚੈ ਕਰਾਇਆ। ਧਰਮਸ਼ਾਲਾ ਬਣਵਾ ਕੇ ਅਤੇ ਸਤਸੰਗ ਦੀ ਰੀਤ ਚਲਾ ਕੇ ਗੁਰੂ ਜੀ ਨੇ ਅੱਗੇ ਜਾਣ ਦੀ ਤਿਆਰੀ ਕਰ ਲਈ। ਰਾਜੇ ਨੇ ਕਿਹਾ, ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ। ਗੁਰੂ ਜੀ ਨੇ ਕਿਹਾ, ਤੂੰ ਇੱਥੇ ਰਾਜ ਭੋਗ ਅਤੇ ਨਾਮ ਸਿਮਰਨ ਕਰਦਾ ਰਹੋ, ਅਸੀਂ ਸਦਾ ਹੀ ਤੇਰੇ ਪਾਸ ਹਾਂ। ਇਸ ਤਰ੍ਹਾਂ ਰਾਜੇ ਨੂੰ ਖੁਸ਼ੀਆਂ ਤੇ ਧੀਰਜ ਦੇ ਕੇ ਗੁਰੂ ਜੀ ਅੱਗੇ ਵੱਲ ਨੂੰ ਚੱਲ ਪਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।